जो ਨਿਰਵਿਸ਼ੇਸ਼ਵਾਦੀ ਹਨ ਔਰ ਜੋ ਜੀਵ ਆਤਮਾ ਦੇ ਅਸਤਿਤਵ ਨੂੰ ਮਿਟਾ ਕੇ ਅਧਿਆਤਮਕ ਆਤਮਘਾਤ ਕਰਨਾ ਚਾਹੁੰਦੇ ਹਨ, ਕ੍ਰਿਸ਼ਨ ਉਹਨਾਂ ਨੂੰ ਵੀ ਆਪਣੇ ਤੇਜ ਵਿੱਚ ਲੀਨ ਕਰਕੇ ਉਹਨਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਨ। ਅਜਿਹੇ ਨਿਰਵਿਸ਼ੇਸ਼ਵਾਦੀ ਸਜਦਾਨੰਦ ਭਗਵਾਨ ਨੂੰ ਸਵੀਕਾਰ ਨਹੀਂ ਕਰਦੇ, ਫਲਸਰੂਪ ਉਹ ਆਪਣੇ ਵਿਅਕਤੀਤਵ ਨੂੰ ਮਿਟਾ ਕੇ ਭਗਵਾਨ ਦੀ ਦਿਵਿਆ ਭਗਤੀ ਦੇ ਆਨੰਦ ਨੂੰ ਪ੍ਰਾਪਤ ਨਹੀਂ ਕਰ ਸਕਦੇ। ਉਹਨਾਂ ਵਿੱਚੋਂ ਕੁਝ ਜੋ ਨਿਰਵਿਸ਼ੇਸ਼ ਸਤਾ ਵਿੱਚ ਦ੍ਰਿੜਤਾਪੂਰਵਕ ਸਥਿਤੀ ਨਹੀਂ ਪਾਉਂਦੇ, ਉਹ ਆਪਣੇ ਕਾਰਜ ਕਰਨ ਦੀ ਸੁਪਤ ਇੱਛਾਵਾਂ ਨੂੰ ਪ੍ਰਦਰਸ਼ਿਤ ਨਹੀਂ ਕਰਦੇ। ਪ੍ਰਦਰਸ਼ਿਤ ਕਰਨ ਲਈ ਇਸ ਭੌਤਿਕ ਜਗਤ ਵਿੱਚ ਵਾਪਸ ਆਉਂਦੇ ਹਨ। ਉਹ ਵੈਕੁੰਠ ਲੋਕ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਂਦਾ, ਮਗਰ ਉਹਨਾਂ ਨੂੰ ਭੌਤਿਕ ਜਗਤ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਸੋ ਸਕਾਮ ਕਰਮੀ ਹਨ। ਭਗਵਾਨ ਉਹਨਾਂ ਨੂੰ ਜਗ ਦੇ ਰੂਪ ਵਿੱਚ ਉਹਨਾਂ ਨੂੰ ਕਰਮਾਂ ਦੇ ਵਸਤ ਫਲ ਦਿੰਦੇ ਹਨ। ਜੋ ਜੋਗੀ ਹਨ ਔਰ ਯੋਗ ਸ਼ਕਤੀ ਦੀ ਖੋਜ ਵਿੱਚ ਰਹਿੰਦੇ ਹਨ, ਉਹਨਾਂ ਨੂੰ ਯੋਗ ਸ਼ਕਤੀ ਪ੍ਰਦਾਨ ਕਰਦੇ ਹਨ। ਦੂਸਰੇ ਲਫ਼ਜ਼ਾਂ ਵਿੱਚ ਹਰੇਕ ਵਿਅਕਤੀ ਦੀ ਸਫਲਤਾ ਭਗਵਾਨ ਦੀ ਕਿਰਪਾ ਤੇ ਨਿਰਭਰ ਕਰਦੀ ਹੈ ਔਰ ਸਭ ਪ੍ਰਕਾਰ ਦੀਆਂ ਅਧਿਆਤਮਿਕ ਵਿਧੀਆਂ ਇੱਕ ਹੀ ਰਸਤੇ ਵਿੱਚ ਸਫਲਤਾ ਦੀਆਂ ਅਲੱਗ-ਅਲੱਗ ਕੋਟੀਆਂ ਹਨ। ਇਸ ਲਈ ਜਦ ਤੱਕ ਕੋਈ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੀ ਸਰਵਉੱਤਮ ਸਿੱਧੀ ਤੱਕ ਨਹੀਂ ਪਹੁੰਚ ਪਾਉਂਦਾ, ਤਦ ਤੱਕ ਸਾਰੀਆਂ ਕੋਸ਼ਿਸ਼ਾਂ ਨਿਸਫਲ ਹੁੰਦੀਆਂ ਹਨ। ਜਿਸ ਤਰ੍ਹਾਂ ਕਿ ਸ੍ਰੀਮਦ ਭਗਵਦ ਗੀਤਾ ਵਿੱਚ ਕਿਹਾ ਗਿਆ ਹੈ, ਆਕਾਮ ਸਰਵ ਕਾਮੋ ਵਾ ਮੋਕਸ਼ ਕਾਮ ਉਦਾਰਦੀ ਤ੍ਰੈਵਨ ਭਗਤੀ ਯੋਗਨ ਜੈਤ ਪੁਰਸਮ ਪਰਮ। ਮਨੁੱਖ ਚਾਹੇ ਨਿਸਕਾਮ ਹੋਵੇ ਜਾਂ ਫਲ ਦਾ ਇਸ਼ਕ ਹੋਵੇ ਜਾਂ ਫਿਰ ਮੁਕਤੀ ਦਾ ਇਸ਼ਕ ਹੀ ਕਿਉਂ ਨਾ ਹੋਵੇ, ਉਸ ਨੂੰ ਪੂਰੀ ਸਮਰੱਥਾ ਨਾਲ ਭਗਵਾਨ ਦੀ ਸੇਵਾ ਕਰਨੀ ਚਾਹੀਦੀ ਹੈ, ਜਿਸ ਨਾਲ ਉਸ ਨੂੰ ਪੂਰਨ ਸਿੱਧੀ ਪ੍ਰਾਪਤ ਹੋ ਸਕਦੀ ਹੈ, ਜਿਸ ਦਾ ਪਰਿਆਸਵਾਨ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਹੁੰਦਾ ਹੈ। Whether one is without desire, the condition of the devotee, or is desirous of all fruitive results, or is after liberation, one should with all efforts try to worship the Supreme Personality of Godhead for complete perfection, culminating in Krishna consciousness। तो ਅੱਗੇ ਹੁਣ ਸ਼ਲੋਕ ਨੰਬਰ 12 ਵਿੱਚ ਕਹਿ ਰਹੇ ਨੇ ਕਿ ਕਾੜ ਸਨ ਕਰਮ ਨਾਮ ਸਿਦਮ ਯਜੰਤੇ ਐ ਦੇਵਤਾ ਤ੍ਰੈਪਮ ਹੈ ਮਨੁੱਸੇ ਲੋਕੇ ਸਿੱਧੀ ਭਗਤੀ ਕਰਮ ਜਾ। ਇਸ ਸੰਸਾਰ ਵਿੱਚ ਮਨੁੱਖ ਸਾਕਾਮ ਕਰਮਾਂ ਨਾਲ ਸਿੱਧੀ ਚਾਹੁੰਦੇ ਹਨ, ਜਿਸ ਦੇ ਫਲ ਰੂਪ ਉਹ ਦੇਵਤਿਆਂ ਦੀ ਪੂਜਾ ਕਰਦੇ ਹਨ। ਨਿਰਸੰਦੇਹ ਇਸ ਸੰਸਾਰ ਵਿੱਚ ਮਨੁੱਖਾਂ ਨੂੰ ਸਾਕਾਮ ਕਰਮ ਦਾ ਫਲ ਸਿੱਧਰ ਭਾਵ ਜਲਦੀ ਮਿਲਦਾ ਹੈ। Men in the world desire success in fruitive activities and therefore they worship the demigods quickly. Of course men get result from fruitive work in this world। ਸੋ ਇਸ ਸੰਸਾਰੀ ਜਗਤ ਵਿੱਚ ਦੇਵਤਿਆਂ ਦੇ ਪ੍ਰਤੀ ਅਲੱਗ-ਅਲੱਗ ਧਾਰਨਾ ਹੈ ਔਰ ਵਿਦਤਾ ਦਾ ਦਮਨ ਕਰਨ ਵਾਲੇ ਮਨੁੱਖ ਦੇਵਤਿਆਂ ਨੂੰ ਪਰਮੇਸ਼ਰ ਦਾ ਅਲੱਗ-ਅਲੱਗ ਰੂਪ ਮੰਨ ਬੈਠਦੇ ਹਨ। ਵਾਸਤਵ ਵਿੱਚ ਇਹ ਦੇਵਤਾ ਭਗਵਾਨ ਦਾ ਅਲੱਗ ਰੂਪ ਨਹੀਂ ਹੁੰਦੇ, ਲੇਕਿਨ ਉਹ ਇੱਕ ਪਰਮੇਸ਼ਰ ਦਾ ਅੰਸ਼ ਹੁੰਦੇ ਹਨ। ਜਿਸ ਤਰ੍ਹਾਂ ਅਸੀਂ ਜੀਵ ਪਰਮਾਤਮਾ ਦੇ ਅੰਸ਼ ਹਾਂ। ਈਸ਼ਵਰ ਜਣੀ ਪਰਮੇਸ਼ਰ ਇੱਕ ਹੈ, ਕਿੰਤੂ ਅੰਸ਼ ਅਨੇਕ ਹਨ। ਵੇਦਾਂ ਦਾ ਕਥਨ ਹੈ ਨਿਤਿਆਨਾਮ ਭਾਵ ਈਸ਼ਵਰ ਇੱਕ ਹੈ। ਨਿਤਿਆਨਾਮ ਭਾਵ ਈਸ਼ਵਰ ਇੱਕ ਹੈ। ਈਸ਼ਵਰ ਜਨੀ ਪਰਮੇਸ਼ਰ ਇੱਕ ਹੈ, ਕਿੰਤੂ ਅੰਸ਼ ਅਨੇਕ ਹਨ। ਕ੍ਰਿਸ਼ਨ ਹੀ ਇੱਕਮਾਤਰ ਈਸ਼ਵਰ ਹੈ, ਪਰਮੇਸ਼ਰ ਦਾ ਰੂਪ ਹੈ ਔਰ ਸਭ ਦੇਵਤਿਆਂ ਨੂੰ ਭੌਤਿਕ ਜਗਤ ਦਾ ਪ੍ਰਬੰਧ ਕਰਨ ਲਈ ਸ਼ਕਤੀਆਂ ਪ੍ਰਾਪਤ ਹਨ। ਇਹ ਦੇਵਤਾ ਜੀਵ ਆਤਮਾਵਾਂ ਹਨ, ਜਿਨ੍ਹਾਂ ਨੂੰ ਅਲੱਗ-ਅਲੱਗ ਮਾਤਰਾ ਵਿੱਚ ਸ਼ਕਤੀਆਂ ਪ੍ਰਾਪਤ ਹਨ। ਇਹ ਕਦੇ ਈਸ਼ਵਰ ਪਰਮੇਸ਼ਰ ਨਾਰਾਇਣ ਜਾਂ ਕ੍ਰਿਸ਼ਨ ਦੇ ਬਰਾਬਰ ਨਹੀਂ ਹੋ ਸਕਦੇ।
ਜੋ ਵਿਅਕਤੀ ਈਸ਼ਵਰ ਔਰ ਦੇਵਤਿਆਂ ਨੂੰ ਬਰਾਬਰ ਸਮਝਦਾ ਹੈ ਉਹ ਨਾਸਤਿਕ ਜਾਂ ਪਖੰਡੀ ਕਹਿਲਾਉਂਦਾ ਹੈ। ਇਥੋਂ ਤੱਕ ਕਿ ਬ੍ਰਹਮਾ ਔਰ ਸ਼ਿਵ ਜੀ ਵਰਗੇ ਵੱਡੇ ਵੱਡੇ ਦੇਵਤਾ ਵੀ ਪਰਮੇਸ਼ਰ ਦੀ ਬਰਾਬਰੀ ਨਹੀਂ ਕਰ ਸਕਦੇ। ਵਾਸਤਵ ਵਿੱਚ ਬ੍ਰਹਮਾ ਔਰ ਸ਼ਿਵ ਜੀ ਵਰਗੀਆਂ ਦੇਵਤਿਆਂ ਦੁਆਰਾ ਪਰਮੇਸ਼ਰ ਦੀ ਪੂਜਾ ਕੀਤੀ ਜਾਂਦੀ ਹੈ। ਤਾਂ ਵੀ ਹੈਰਾਨਗੀ ਦੀ ਗੱਲ ਇਹ ਹੈ ਕਿ ਮੂਰਖ ਲੋਕ ਮਨੁੱਖਾਂ ਵਰਗੇ ਨੇਤਾਵਾਂ ਦੀ ਪੂਜਾ ਅਵਤਾਰ ਮੰਨ ਕੇ ਕਰਦੇ ਹਨ। ਇਹ ਦੇਵਤਾ ਪਦਵੀ ਇਸ ਸੰਸਾਰ ਦੀ ਸ਼ਕਤੀਸ਼ਾਲੀ ਮਨੁੱਖ ਜਾਂ ਦੇਵਤਿਆਂ ਦੇ ਲਈ ਮਾਇਆ ਹੈ। ਲੇਕਿਨ ਨਾਰਾਇਣ, ਵਿਸ਼ਨੂੰ ਜਾਂ ਕ੍ਰਿਸ਼ਨ ਵਰਗੇ ਭਗਵਾਨ ਇਸ ਭੌਤਿਕ ਸੰਸਾਰ ਦੇ ਨਹੀਂ ਹਨ। ਉਹ ਭੌਤਿਕ ਸ੍ਰਿਸ਼ਟੀ ਤੋਂ ਪਰੇ ਰਹਿਣ ਵਾਲੇ ਹਨ। ਫਿਰ ਵੀ ਲੋਕ ਦੇਵਤਿਆਂ ਦੀ ਪੂਜਾ ਕਰਦੇ ਹਨ ਕਿਉਂਕਿ ਉਹ ਤਤਕਾਲ ਉਸੇ ਵਕਤ ਫਲ ਚਾਹੁੰਦੇ ਹਨ। ਉਹਨਾਂ ਨੂੰ ਫਲ ਮਿਲਦਾ ਵੀ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਫਲ ਟੈਂਪਰੇਰੀ ਹਨ ਔਰ ਅਲਪਜਗ ਮਨੁੱਖਾਂ ਲਈ ਹਨ। ਲੇਕਿਨ ਬੁੱਧੀਮਾਨ ਵਿਅਕਤੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਸਥਿਰ ਰਹਿੰਦਾ ਹੈ। ਉਸ ਨੂੰ ਤਤਕਾਲ ਫਲ ਲਾਭ ਲਈ ਕਿਸੇ ਦੇਵਤਾ ਦੀ ਪੂਜਾ ਕਰਨ ਦੀ ਕੋਈ ਜ਼ਰੂਰਤ ਨਹੀਂ ਪੈਂਦੀ। ਇਸ ਸੰਸਾਰ ਦੇ ਦੇਵਤਾ ਔਰ ਉਹਨਾਂ ਦੀ ਪੂਜਾ ਕਰਨ ਵਾਲੇ ਇਸ ਸੰਸਾਰ ਦੇ ਸੰਹਾਰ ਦੇ ਨਾਲ ਹੀ ਖਤਮ ਹੋ ਜਾਂਦੇ ਹਨ। ਦੇਵਤਿਆਂ ਦੇ ਵਰਦਾਨ ਵੀ ਭੌਤਿਕ ਔਰ ਟਾਈਮ ਪਾਸ ਲਈ ਹੁੰਦੇ ਹਨ। ਇਸ ਭੌਤਿਕ ਸੰਸਾਰ ਅਤੇ ਇਸ ਦੇ ਵਾਸੀ ਜਿਨ੍ਹਾਂ ਵਿੱਚ ਦੇਵਤਾ ਔਰ ਉਹਨਾਂ ਦੇ ਪੂਜਣ ਵਾਲੇ ਵੀ ਸ਼ਾਮਲ ਹਨ, ਵਿਰਾਟ ਸਾਗਰ ਦੇ ਬੁਲਬੁਲੇ ਦੇ ਸਮਾਨ ਹਨ। ਇਸ ਸੰਸਾਰ ਵਿੱਚ ਮਾਨਵ ਸਮਾਜ ਟੈਂਪਰੇਰੀ ਵਸਤੂਆਂ, ਧਨ ਦੌਲਤ, ਸੰਪਤੀ, ਪਰਿਵਾਰ ਔਰ ਭੋਗ ਦੀ ਸਮੱਗਰੀ ਪਿੱਛੇ ਪਾਗਲ ਰਹਿੰਦੇ ਹਨ। ਅਜਿਹੀਆਂ ਟੈਂਪਰੇਰੀ ਵਸਤੂਆਂ ਨੂੰ ਪ੍ਰਾਪਤ ਕਰਨ ਲਈ ਲੋਕ ਦੇਵਤਿਆਂ ਦੀ ਜਾਂ ਮਾਨਵ ਸਮਾਜ ਵਿੱਚ ਸ਼ਕਤੀਸ਼ਾਲੀ ਵਿਅਕਤੀ ਦੀ ਪੂਜਾ ਕਰਦੇ ਰਹਿੰਦੇ ਹਨ। ਜਦ ਕੋਈ ਵਿਅਕਤੀ ਕਿਸੇ ਰਾਜਨੀਤਿਕ ਨੇਤਾ ਦੀ ਪੂਜਾ ਕਰਕੇ ਸਰਕਾਰ ਦੇ ਕਿਸੇ ਮੰਤਰੀ ਪਦ ਦੀ ਪ੍ਰਾਪਤੀ ਕਰ ਲੈਂਦਾ ਹੈ ਤਾਂ ਇਹ ਸੋਚਦਾ ਹੈ ਕਿ ਉਹਨੇ ਮਹਾਨ ਅਹੁਦਾ ਪ੍ਰਾਪਤ ਕਰ ਲਿਆ ਹੈ। ਇਸ ਲਈ ਸਾਰੇ ਵਿਅਕਤੀ ਤਥਾਕਥਿਤ ਨੇਤਾਵਾਂ ਨੂੰ ਪ੍ਰਣਾਮ ਕਰਦੇ ਹਨ, ਜਿਸ ਨਾਲ ਉਹਨਾਂ ਨੂੰ ਉਸੇ ਸਮੇਂ ਵਰਦਾਨ ਪ੍ਰਾਪਤ ਕਰ ਸਕਣ ਔਰ ਸੱਚਮੁੱਚ ਉਹਨਾਂ ਨੂੰ ਅਜਿਹੀਆਂ ਅਵਸਥਾ ਮਿਲ ਵੀ ਜਾਂਦੀਆਂ ਹਨ। ਨੇਤਾ ਦਾ ਕੀ ਮੂੰਹ ਹਿਲਾਣਾ ਜਾਂ ਚੇਅਰਮੈਨੀ ਦਿੱਤੀ। ਅਜਿਹੇ ਮੂਰਖ ਲੋਕ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਆਪਣੀ ਰੁਚੀ ਨਹੀਂ ਰੱਖਦੇ। ਉਹ ਸਭ ਇੰਦਰੀਆਂ ਦੇ ਭੋਗ ਦੇ دیਵਾਨੇ ਹਨ ਔਰ ਥੋੜੇ ਜਿਹੇ ਇੰਦਰੀ ਸੁਖ ਲਈ ਸ਼ਕਤੀ ਪ੍ਰਾਪਤ ਜੀਵਾਂ ਦੀ ਪੂਜਾ ਕਰਦੇ ਹਨ, ਜਿਨ੍ਹਾਂ ਨੂੰ ਉਹ ਦੇਵਤਾ ਕਹਿੰਦੇ ਹਨ। ਇਹ ਸ਼ਲੋਕ ਇਸ਼ਾਰਾ ਕਰਦਾ ਹੈ ਕਿ ਵਿਰਲੇ ਹੀ ਲੋਕ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਰੁਚੀ ਰੱਖਦੇ ਹਨ। ਜ਼ਿਆਦਾਤਰ ਲੋਕ ਭੌਤਿਕ ਭੋਗਾਂ ਵਿੱਚ ਰੁਚੀ ਰੱਖਦੇ ਹਨ ਜਾਂ ਫਿਰ ਕਿਸੇ ਨਾ ਕਿਸੇ ਸ਼ਕਤੀਸ਼ਾਲੀ ਵਿਅਕਤੀ ਦੀ ਪੂਜਾ ਕਰਦੇ ਹਨ। This verse indicates that people are rarely interested in Krishna consciousness. They are mostly interested in material engagement and therefore they worship some powerful living entity. So श्लोक नंबर 13 ਵਿੱਚ श्लोक नंबर 13 है चात वन्यम म्या सुस्तम गुण कर्म विवारस तसे क्रातम अधिमाम विधि आकर्तम मायवम। प्रकृति ਦੇ 3 ਗੁਣਾ ਔਰ ਉਹਨਾਂ ਕਰਮਾਂ ਦੇ ਅਨੁਸਾਰ ਮੇਰੇ ਦੁਆਰਾ ਮਾਨਵ ਸਮਾਜ ਦੇ 4 ਵਿਭਾਗ ਰਚੇ ਹਨ। ਜਦ ਮੈਂ ਇਸ ਅਵਸਥਾ ਦਾ ਸ੍ਰੇਸ਼ਟ ਹਾਂ, ਕਿੰਤੂ ਤੁਸੀਂ ਇਹ ਜਾਣ ਲਵੋ ਕਿ ਮੈਂ ਤੇ ਵੀ ਅਵਸੇ ਆਕਰਤਾ ਹਾਂ। ਮੈਂ ਅਵਸੇ ਆਕਰਤਾ ਹਾਂ। According to the 3 moods of material nature and the work associated with them, the 4 divisions of human society are created by me, and although I am the creator of this system, you shall know that I am yet the non-doer being unchangeable. ਭਗਵਾਨ ਹਰੇਕ ਵਸਤੂ ਦੇ ਸ੍ਰੇਸ਼ਟ ਹਨ। The Lord is the creator of everything. ਹਰੇਕ ਵਸਤੂ ਉਹਨਾਂ ਕੋਲੋਂ ਉਤਪਨ ਹੁੰਦੀ ਹੈ। Everything is born of him. ਉਹਨਾਂ ਦੁਆਰਾ ਹੀ ਪਲਦੀ ਹੈ। Everything sustained by him. ਔਰ ਹਰੇਕ ਵਸਤੂ ਉਸ ਵਿੱਚ ਹੀ ਸਮਾ ਜਾਂਦੀ ਹੈ। And everything after annihilation it is rests in him.
ਇਸ ਲਈ ਉਹ ਹੀ ਵਰਨ ਸ਼੍ਰਮ ਵਿਵਸਥਾ ਦੇ ਸ੍ਰੇਸ਼ਟ ਹਨ, ਜਿਨ੍ਹਾਂ ਵਿੱਚੋਂ ਸਰਵਪ੍ਰਥਮ ਬੁੱਧੀਮਾਨ ਮਨੁੱਖ ਦਾ ਵਰਨ ਆਉਂਦਾ ਹੈ, ਜੋ ਸਤੋਗੁਣੀ ਹੋਣ ਦੇ ਕਾਰਨ ਬ੍ਰਾਹਮਣ ਕਹਿਲਾਂਦਾ ਹੈ। ਦੂਜਾ ਵਰਗ ਪਰਮੇਸ਼ਰ ਦੂਸਰਾ ਵਰਗ ਪ੍ਰਮਾਣਿਕ ਵਰਗ ਹੈ, ਜੋ ਰਜੋਗੁਣੀ ਹੋਣ ਦੇ ਕਾਰਨ ਖੱਤਰੀ ਕਹਿਲਾਂਦਾ ਹੈ। ਵਰਨਿਕ ਵਰਗ ਜਾਂ ਵੈਸੇ ਕਹਿਲਾਣ ਵਾਲੇ ਲੋਕ ਰਜੋਗੁਣੀ ਔਰ ਤਮੋਗੁਣੀ ਦੋਵਾਂ ਵਿੱਚ ਫਸੇ ਹੁੰਦੇ ਹਨ, ਔਰ ਸ਼ੂਦਰ ਵਾਸਿਕ ਵਰਗ ਦੇ ਲੋਕ ਤਮੋਗੁਣੀ ਹੁੰਦੇ ਹਨ। ਮਾਨਵ ਸਮਾਜ ਦੇ 4 ਵਰਗਾਂ ਦੀ ਸ੍ਰੇਸ਼ਟਤਾ ਭਾਵ ਕ੍ਰੀਏਟਰ ਹੋਣ ਤੇ ਵੀ ਭਗਵਾਨ ਸ੍ਰੀ ਕ੍ਰਿਸ਼ਨ ਇਹਨਾਂ ਵਿੱਚੋਂ ਕਿਸੇ ਵਰਗ ਵਿੱਚ ਨਹੀਂ ਆਉਂਦੇ, ਕਿਉਂਕਿ ਉਹ ਬੁੱਧੀਜੀਵਾਂ ਵਿੱਚ ਨਹੀਂ ਆਉਂਦੇ, ਜਿਨ੍ਹਾਂ ਦਾ ਇੱਕ ਅੰਸ਼ ਮਾਨਵ ਸਮਾਜ ਦੇ ਰੂਪ ਵਿੱਚ ਹੈ। ਮਾਨਵ ਸਮਾਜ ਵੀ ਕਿਸੇ ਹੋਰ ਪਸ਼ੂ ਸਮਾਜ ਦੇ ਸਮਾਨ ਹੈ, ਲੇਕਿਨ ਮਾਨਵ ਨੂੰ ਪਸ਼ੂ ਸਤਰ ਤੋਂ ਉੱਪਰ ਉਠਾਉਣ ਦੇ ਲਈ ਉਪਰੋਕਤ ਵਰਨ ਸ਼੍ਰਮ ਦੀ ਰਚਨਾ ਕੀਤੀ ਗਈ, ਜਿਸ ਨਾਲ ਕਮਰਚਿਕ ਰੂਪ ਵਿੱਚ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿਕਸਿਤ ਹੋ ਸਕੇ। ਕਿਸੇ ਵਿਸ਼ੇਸ਼ ਵਿਅਕਤੀ ਦੇ ਕੰਮ ਦੇ ਪ੍ਰਤੀ ਪ੍ਰਵਿਰਤੀ ਦਾ ਨਿਰਧਾਰਨ ਉਸ ਦੁਆਰਾ ਅਰਜਿਤ ਪ੍ਰਕਿਰਤੀ ਦੇ ਗੁਣਾਂ ਦੁਆਰਾ ਕੀਤਾ ਜਾਂਦਾ ਹੈ। ਗੁਣਾਂ ਦੇ ਅਨੁਸਾਰ ਜੀਵਨ ਦੇ ਲੱਛਣ ਦਾ ਵਰਣਨ ਇਸ ਗ੍ਰੰਥ ਦੇ 18ਵੇਂ ਅਧਿਆਇ ਵਿੱਚ ਹੋਇਆ ਹੈ। ਲੇਕਿਨ ਕ੍ਰਿਸ਼ਨ ਭਾਵਨਾ ਵਿਅਕਤੀ ਬ੍ਰਾਹਮਣ ਤੋਂ ਵੀ ਵੱਧ ਕੇ ਹੁੰਦਾ ਹੈ। ਜਿਸ ਤਰ੍ਹਾਂ ਗੁਣਾਂ ਦੇ ਅਨੁਸਾਰ ਬ੍ਰਾਹਮਣ ਨੂੰ ਬ੍ਰਹਮ ਜਾਂ ਪਰਮ ਸੱਚ ਦੇ ਵਿਸ਼ੇ ਵਿੱਚ ਗਿਆਨ ਹੋਣਾ ਚਾਹੀਦਾ ਹੈ, ਲੇਕਿਨ ਉਸ ਕੋਲੋਂ ਅਧਿਕ ਗਿਆਨ ਭਗਵਾਨ ਸ੍ਰੀ ਕ੍ਰਿਸ਼ਨ ਦੀ ਸ਼ਰਨ ਵਿੱਚ ਆਉਣ ਵਾਲੇ ਹੀ ਰੱਖਦੇ ਹਨ। ਜੋ ਵਿਅਕਤੀ ਬ੍ਰਾਹਮਣ ਦੇ ਗਿਆਨ ਨੂੰ ਪਰੇ ਕਰਕੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਗਿਆਨ ਤੱਕ ਪਹੁੰਚ ਜਾਂਦਾ ਹੈ, ਉਹ ਹੀ ਕ੍ਰਿਸ਼ਨ ਭਾਵਨਾ ਵਿਅਕਤ ਹੁੰਦਾ ਹੈ, ਅਰਥਾਤ ਵੈਸ਼ਨਵ ਹੁੰਦਾ ਹੈ। ਸੋ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਪਿਆਰੀ ਸਾਧ ਸੰਗਤ, ਇਸ ਅਧਿਆਇ ਵਿੱਚ ਇਹਨਾਂ ਸ਼ਲੋਕਾਂ ਵਿੱਚ ਜੋ ਗੱਲ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉਸ ਗੱਲ ਵੱਲ ਅਸੀਂ ਧਿਆਨ ਦੇਣਾ ਹੈ, ਕਿਉਂਕਿ ਦਾਸ ਪਿੱਛੇ ਵੀ ਦੱਸ ਚੁੱਕਾ ਹੈ, ਕਹਿ ਚੁੱਕਾ ਹੈ ਕਿ ਭਾਗਵਤ ਗੀਤਾ ਆਦਿ ਗ੍ਰੰਥ ਹੈ ਜੋ ਸਤਯੁਗ ਤੋਂ ਚੱਲਦਾ ਆ ਰਿਹਾ ਹੈ, ਔਰ ਸਭ ਤੋਂ ਪਹਿਲਾਂ ਸੂਰਯਦੇਵ ਮਨੂ ਅਸਵਾਕੂ ਔਰ ਰਘੁਕੁਲ ਰੀਤ ਵਿੱਚ ਚੱਲਿਆ, ਔਰ ਇੱਕ ਸਮੇਂ ਤੇ ਜਾ ਕੇ ਅਲੋਪ ਹੋ ਗਿਆ। ਹੁਣ ਦੁਆਪਰ ਯੁੱਗ ਵਿੱਚ ਆ ਕੇ ਭਗਵਾਨ ਸ੍ਰੀ ਕ੍ਰਿਸ਼ਨ ਇਸੇ ਭਾਗਵਤ ਨੂੰ ਦੁਬਾਰਾ ਅਰਜਨ ਕੋਲ ਰਿਪੀਟ ਕਰ ਰਹੇ ਹਨ, ਕਿਉਂਕਿ ਭਾਗਵਤ ਜੋ ਹੈ ਭਗਵਾਨ ਸ੍ਰੀ ਕ੍ਰਿਸ਼ਨ ਦੇ ਅੰਦਰ ਵਸਦੀ ਹੈ, ਔਰ ਉਸ ਵਕਤ ਦੀ ਜ਼ਰੂਰਤ ਨੂੰ ਸਮਝਦੇ ਹੋਏ ਕਿ ਇਸ ਵਕਤ ਧਰਮ ਔਰ ਅਧਰਮ ਦੀ ਲੜਾਈ ਹੈ। ਤੋ ਇੱਕ ਧਰਮੀ ਇਨਸਾਨ ਨੂੰ ਸਮਝਾਣਾ ਤਾਂ ਫਿਰ ਇਹਨਾਂ ਧਾਰਮਿਕ ਗ੍ਰੰਥਾਂ ਦੇ ਜ਼ਰੀਏ ਨਾਲ ਹੀ ਸਮਝਾਇਆ ਜਾ ਸਕਦਾ ਹੈ, ਕਿਉਂਕਿ ਅਧਰਮੀ ਜਿਹੜਾ ਉਹ ਧਰਮ ਤੇ ਚੱਲਦਾ ਹੈ, ਉਹ ਅੰਨ੍ਹੇਵਾਹ ਚੱਲਦਾ ਹੈ। ਲੇਕਿਨ ਧਰਮੀ ਇਨਸਾਨ, ਜਿਸ ਤਰ੍ਹਾਂ ਪਾਂਡਵ ਧਰਮੀ ਸਨ, ਪਾਂਡਵ ਪਵਿੱਤਰ ਰੂਹਾਂ ਸਨ, ਉਹ ਅਧਰਮੀ ਬਣ ਕੇ ਨਹੀਂ ਚੱਲਣਾ ਚਾਹੁੰਦੇ ਸਨ। ਇਸ ਕਰਕੇ ਉਹਨਾਂ ਨੂੰ ਇਹ ਜ਼ਰੂਰਤ ਪਈ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਭਾਗਵਤ ਦੁਬਾਰਾ ਤੋਂ ਰਿਪੀਟ ਕਰਕੇ ਅਰਜਨ ਨੂੰ ਸੁਣਾਈ, ਜਿਸ ਨਾਲ ਉਸ ਦਾ ਗਿਆਨ ਜਾਗ ਗਿਆ ਤੇ ਉਹ ਤਿਆਰ ਹੋ ਗਿਆ। ਸੋ ਦਾਸ ਇਹ ਬੇਨਤੀ ਕਰ ਰਿਹਾ ਹੈ ਭਗਵਾਨ ਸ੍ਰੀ ਕ੍ਰਿਸ਼ਨ ਨੂੰ, ਪਿਆਰੀ ਸਾਧ ਸੰਗਤ, ਸਾਨੂੰ ਇਹਨਾਂ ਗ੍ਰੰਥਾਂ ਦੇ ਉੱਤੇ ਪੂਰਨ ਵਿਸ਼ਵਾਸ ਕਰਕੇ ਚੱਲਣਾ ਚਾਹੀਦਾ ਹੈ, ਔਰ ਇਸ ਇੱਕ ਰੱਬ ਦੇ ਦਰਸ਼ਨ ਕਰਨੇ ਚਾਹੀਦੇ ਹਨ। ਇਹ ਭਗਵਾਨ ਸ੍ਰੀ ਕ੍ਰਿਸ਼ਨ ਨੇ ਇਸ ਇੱਕ ਰੱਬ ਦੇ ਦਰਸ਼ਨ ਕਰਾਤੇ ਹਨ, ਇਸ ਆਪਣੀ ਭਾਗਵਤ ਦੇ ਵਿੱਚ ਦਰਸ਼ਨ ਕਰਾਤੇ ਹਨ, ਜਿੱਥੇ ਕਹਿ ਰਹੇ ਹਨ ਕਿ ਮੈਂ ਅਜਨਮ ਹਾਂ, ਮੈਂ ਅਵਿਨਾਸ਼ੀ ਹਾਂ, ਮੈਂ ਸਰਵ ਵਿਆਪਕ ਹਾਂ, ਮੈਂ ਸੂਰਜ ਦੀ ਤਪਸ ਹਾਂ, ਮੈਂ ਜਲ ਦਾ ਸਵਾਦ ਹਾਂ, ਜਾਂ ਬਹੁਤ ਸਾਰੀਆਂ ਗੱਲਾਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਕਹੀਆਂ 7ਵੇਂ ਅਧਿਆਇ ਦੇ 8ਵੇਂ ਸ਼ਲੋਕ ਤੋਂ ਬਾਅਦ। ਤੋ ਦਾਸ ਇਹ ਬੇਨਤੀ ਕਰ ਰਿਹਾ ਹੈ ਕਿ ਜਦ ਸਾਨੂੰ ਇਹਨਾਂ ਗੱਲਾਂ ਦਾ ਗਿਆਨ ਹੋ ਜਾਂਦਾ ਹੈ, ਜਦ ਸਾਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ, ਬ੍ਰਹਮ ਗਿਆਨੀ ਬਣ ਜਾਂਦੇ ਹਾਂ, ਤਾਂ ਸਾਡਾ ਅਸਲ ਕੰਮ ਹੋ ਜਾਂਦਾ ਹੈ। ਇਸ ਅਸਲ ਕੰਮ ਨੂੰ ਜ਼ਰੂਰ ਕਰਨਾ ਹੈ, ਇਸ ਬ੍ਰਹਮ ਦਾ ਗਿਆਨ ਜ਼ਰੂਰ ਕਰਨਾ ਹੈ, ਲੈਣਾ ਹੈ, ਇਹਨੂੰ ਸਮਝਣਾ ਹੈ। ਇਸ ਇੱਕ ਨੂੰ ਰੱਬ ਨੂੰ ਸਮਝ ਕੇ ਆਪਣੀ ਰੂਹ ਨੂੰ ਰੱਬ ਨਾਲ ਮਿਲਾਣਾ ਹੈ। ਇਸ ਇੱਕ ਪਰਮਾਤਮਾ ਨੂੰ ਸਮਝ ਕੇ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਣਾ ਹੈ।